Hello students, welcome to SP Academy रागला ऑनलाइन क्लासेस। ਅੱਜ मैं क्लास 9th ਵਿੱਚ ਸਬਜੈਕਟ ਪੰਜਾਬੀ ਦਾ ਭਾਗ ਦੂਜਾ ਲੋਕ ਕਹਾਣੀ ਪਰਿਭਾਸ਼ਾ ਅਤੇ ਰੂਪ। ਲੋਕ ਕਹਾਣੀਆਂ ਬਾਰੇ ਪੜ੍ਹਾਉਂਗੀ। ਇਸ ਵਿੱਚ ਨੀਤੀ ਕਥਾਵਾਂ, ਦੰਤ ਕਥਾਵਾਂ, ਕਹਾਣੀਆਂ ਇਸ ਵਿੱਚ ਸਟੋਰੀਜ਼ ਹੈ। ਪਹਿਲੇ ਭਾਗ 'ਚ ਆਪਾਂ ਭਾਗ ਪਹਿਲੇ ਵਿੱਚ ਕੀ ਪੜ੍ਹਿਆ ਸੀ? ਪੰਜਾਬ ਦੇ ਲੋਕ ਗੀਤ, ਪੰਜਾਬ ਦੇ ਲੋਕ ਨਾਚ, ਖੇਡਾਂ, ਪੰਜਾਬੀ ਸੱਭਿਆਚਾਰ ਬਾਰੇ ਪੜ੍ਹਿਆ ਸੀ। ਹੁਣ ਦੂਸਰੇ ਭਾਗ 'ਚ ਲੋਕ ਕਹਾਣੀ ਪਰਿਭਾਸ਼ਾ ਅਤੇ ਰੂਪ ਪੜ੍ਹਾਂਗੇ। ਹੁਣ ਆਪਾਂ ਲੋਕ ਕਹਾਣੀਆਂ ਬਾਰੇ ਪੜ੍ਹਾਂਗੇ। ਇਹਦੇ ਵਿੱਚ ਨੀਤੀ ਕਥਾਵਾਂ, ਦੰਤ ਕਥਾਵਾਂ ਵਗੈਰਾ ਆਉਂਦੀਆਂ ਹਨ। ਪਹਿਲਾਂ ਆਪਾਂ ਪੜ੍ਹਾਂਗੇ ਲੋਕ ਕਹਾਣੀ ਕੀ ਚੀਜ਼ ਕੀ ਹੈ। ਲੋਕ ਕਹਾਣੀ ਕਿਸੇ ਮਨੁੱਖੀ ਸਮੂਹ ਦੇ ਸੱਭਿਆਚਾਰ ਦੀ ਅੰਦਰੂਨੀ ਦਸ਼ਾ ਨੂੰ ਦਰਸਾਉਂਦੀ ਹੈ। ਲੋਕ ਕਹਾਣੀ ਦੱਸਦੀ ਹੈ ਕਿ ਕਿਸੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਦਾ ਅਸਲੀ ਰੂਪ ਕੀ ਹੈ। ਪੰਜਾਬੀ ਲੋਕ ਸੱਭਿਆਚਾਰ ਵਿੱਚ ਲੋਕ ਕਹਾਣੀ ਲਈ ਵਧੇਰੇ ਪ੍ਰਚਲਿਤ ਸ਼ਬਦ ਹੈ ਬਾਤਾਂ ਪਾਈਆਂ ਜਾਂਦੀਆਂ ਸੀ। ਪਹਿਲੇ ਦੇ ਟਾਈਮ ਵਿੱਚ ਨਾਨੀ ਦਾਦੀ ਕਹਾਣੀਆਂ ਸੁਣਾਉਂਦੇ ਸੀ, ਉਹਨਾਂ ਨੂੰ ਬਾਤਾਂ ਵੀ ਕਹਿੰਦੇ ਸੀ। ਉਹ ਅੱਜ ਕੱਲ੍ਹ ਤਾਂ ਕਹਾਣੀਆਂ ਕੋਈ ਸੁਣਦਾ ਹੀ ਨਹੀਂ ਨਾਨੀ ਦਾਦੀ ਤੋਂ, ਸਭ ਫੋਨਾਂ 'ਚ ਟੀਵੀਆਂ 'ਚ ਮਸਤ ਹੈ। ਪਹਿਲਾਂ ਦੇ ਟਾਈਮ ਵਿੱਚ ਮਨੋਰੰਜਨ ਦੇ ਕੋਈ ਸਾਧਨ ਹੁੰਦੇ ਨਹੀਂ ਸੀ ਅਤੇ ਫਿਰ ਨਾਨੀਆਂ ਦਾਦੀਆਂ ਤੋਂ ਕਹਾਣੀਆਂ ਸੁਣੀਆਂ ਜਾਂਦੀਆਂ ਸੀ। ਪੰਜਾਬੀ ਵਿਅਕਤੀ ਦਾ ਬਚਪਨ ਨਾਨੀ ਦੁਆਰਾ ਪਾਈਆਂ ਬਾਤਾਂ ਵਿੱਚ ਗੁਜ਼ਰਦਾ ਹੈ। ਪਾਈਆਂ ਯਾਨੀ ਸੁਣਾਈਆਂ ਬਾਤਾਂ ਵਿੱਚ। ਇਹ ਬਾਤਾਂ ਵੱਖ ਰੂਪ ਵਿੱਚ ਕਹਾਣੀ ਰਸ ਨਾਲ ਭਰਪੂਰ ਮਨੋਰੰਜਨ ਕਰਦੀਆਂ ਹਨ, ਪਰ ਇਹਨਾਂ ਵਿੱਚ ਕੇਵਲ ਮਨੋਰੰਜਨ ਹੀ ਨਹੀਂ ਸਗੋਂ ਨੈਤਿਕ ਉਪਦੇਸ਼, ਕਦਰਾਂ ਕੀਮਤਾਂ, ਜੀਵਨ ਦਾ ਵਰਤ ਵਿਹਾਰ, ਅਨੁਭਵ, ਜੀਵਨ ਦੀਆਂ ਹਕੀਕਤਾਂ, ਅਟਲ ਸੱਚਾਈਆਂ, ਇਤਿਹਾਸ, ਮਨੁੱਖੀ ਕਮਜ਼ੋਰੀਆਂ, ਮਨੁੱਖੀ ਰਿਸ਼ਤੇ ਅਤੇ ਪ੍ਰਕਿਰਤੀ ਦੀ ਅਸਲੀਅਤ ਆਦਿ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਇੰਜ ਬਾਤ ਲੋਕ ਗਿਆਨ ਦਾ ਖਜ਼ਾਨਾ ਹੈ। ਇਸ ਲੋਕ ਗਿਆਨ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਿਰਤਾਂਤ ਕਿਸੇ ਵਾਪਰੀ ਘਟਨਾ ਨੂੰ ਬਿਆਨ ਕਰਨ ਦੀ ਜੁਗਤ ਹੈ, ਯਾਨੀ ਕੋਈ ਵਾਪਰ ਜਾਂਦੀ ਘਟਨਾ ਤੋਂ ਉਹਨੂੰ ਸੁਣਾਉਣ ਦੀ ਜੁਗਤ ਹੈ, ਉਹਨੂੰ ਦੱਸਣ ਦੀ ਜੁਗਤ ਹੈ, ਤਰੀਕਾ ਹੈ ਉਸ ਨੂੰ ਦੱਸਣ ਦਾ ਬਿਰਤਾਂਤ। ਸੋ ਲੋਕ ਕਹਾਣੀ ਨੂੰ ਲੋਕ ਮਨ ਦਾ ਬਿਰਤਾਂਤ ਕਿਹਾ ਜਾਂਦਾ ਹੈ। ਬਿਰਤਾਂਤ ਹੋਣ ਕਰਕੇ ਹੀ ਇਸ ਵਿੱਚ ਵਕਤਾ ਕੌਣ ਹੁੰਦਾ ਹੈ? ਕਹਾਣੀ ਸੁਣਾਉਣ ਵਾਲਾ। ਸਰੋਤਾ ਕੌਣ ਹੁੰਦਾ ਹੈ? ਸੁਣਨ ਵਾਲਾ। ਵਕਤਾ ਹੁੰਦਾ ਜੋ ਕਹਾਣੀ ਸੁਣਾਉਣ ਵਾਲਾ, ਅਤੇ ਸਰੋਤਾ ਕਹਾਣੀ ਸੁਣਨ ਵਾਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਹੈ। ਇਕੱਲਾ ਜਿਹਨਾਂ ਕਿਹਦੇ ਤੋਂ ਕਹਾਣੀ ਸੁਣੇ ਜਾਂ ਕਿਹਨੂੰ ਸੁਣਾਵੇ। ਲੋਕ ਕਹਾਣੀ ਦਾ ਆਨੰਦ ਇਸ ਨੂੰ ਸੁਣਨ ਵਿੱਚ ਲਿਖਿਆ ਹੋਇਆ ਹੈ। ਵਕਤਾ ਬਾਤਕਾਰ ਦੇ ਰੂਪ ਵਿੱਚ ਸਰੋਤੇ ਦੀ ਹਾਜ਼ਰੀ ਨੂੰ ਪੱਕਿਆ ਕਰਨ ਲਈ ਹੁੰਗਾਰੇ ਦੀ ਮੰਗ ਕਰਦਾ ਹੈ। ਯਾਨੀ ਵਕਤਾ ਜੋ ਸੁਣਾਉਣ ਵਾਲਾ ਹੈ ਉਹ ਸਰੋਤੇ ਨੂੰ ਕੀ ਕਹਿੰਦੇ? ਸੁਣਨ ਵਾਲੇ ਨੂੰ ਵੀ ਕਹਾਣੀ ਦੇ ਵਿੱਚ ਤੂੰ ਹਾਂ, ਅੱਛਾ, ਫੇਰ ਇਸ ਤਰ੍ਹਾਂ ਹੁੰਗਾਰਾ ਭਰਦੇ ਰਹਿਣਾ ਹੈ। ਜਦੋਂ ਬਾਤ ਪਾਈ ਜਾਂਦੀ ਹੈ ਤਾਂ ਸੁਣਨ ਵਾਲਿਆਂ ਵਿੱਚੋਂ ਇੱਕ ਜਣਾ ਫੇਰ, ਅੱਛਾ ਆਦਿ ਸ਼ਬਦ ਬੋਲ ਕੇ ਸਰੋਤਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਈ ਰੱਖਦਾ ਹੈ। ਇਸ ਤੋਂ ਹੀ ਸਰੋਤੇ ਦੀ ਦਿਲਚਸਪੀ ਦਾ ਪਤਾ ਲੱਗਦਾ ਹੈ। ਯਾਨੀ ਅਗਰ ਉਹ ਹਾਂ ਨਹੀਂ ਕਰ ਰਿਹਾ, ਅੱਛਾ ਫੇਰ ਨਹੀਂ, ਮਤਲਬ ਇੱਕ ਇੰਟਰਸਟ ਨਹੀਂ ਲੈ ਰਿਹਾ, ਤਾਂ ਫਿਰ ਕੀ ਫਾਇਦਾ ਕਹਾਣੀ ਸੁਣਾਉਣ ਦਾ। ਐਸੇ ਰੂਪ ਵਿੱਚ ਹੀ ਲੋਕ ਕਹਾਣੀ ਇੱਕ ਪਾਸੜਾ ਬਿਆਨ ਨਾ ਹੋ ਕੇ ਦੁਵੱਲੀ ਖੇਡ ਬਣ ਜਾਂਦੀ ਹੈ। ਲੋਕ ਕਹਾਣੀ ਸੁਣੀ ਹੀ ਨਹੀਂ ਜਾਂਦੀ, ਸਗੋਂ ਸਰੋਤੇ ਨੂੰ ਕਹਾਣੀ ਦੇ ਬਿਰਤਾਂਤ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ। ਅਜਿਹੀ ਮਸ਼ਮੂਲੀਅਤ ਦਾ ਨਾਲ ਹੀ ਸਰੋਤਾ ਵਿਹਾਰਕ ਗਿਆਨ ਨੂੰ ਗ੍ਰਹਿਣ ਕਰਦਾ ਹੈ। ਵਿਦਿਆਰਥੀਆਂ ਨੂੰ ਪੰਜਾਬੀ ਲੋਕ ਕਹਾਣੀ ਦੇ ਭਰਪੂਰ ਖਜ਼ਾਨੇ ਵਿੱਚੋਂ ਕੁਝ ਕੁ ਲੋਕ ਕਹਾਣੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੇ ਨੀਤੀ ਕਥਾਵਾਂ, ਇਸ ਬਾਰੇ ਪੜ੍ਹਾਂਗੇ ਵੀ ਨੀਤੀ ਕਥਾਵਾਂ ਪਹਿਲਾਂ ਹੁੰਦਾ ਕੀ ਹੈ। ਲੋਕ ਕਥਾਵਾਂ ਦੀਆਂ ਅਨੇਕਾਂ ਵੰਨਗੀਆਂ ਵਿੱਚੋਂ ਨੀਤੀ ਕਥਾਵਾਂ ਦਾ ਵਿਸ਼ੇਸ਼ ਸਥਾਨ ਹੈ। ਇਸ ਵੰਨਗੀ ਦੀਆਂ ਕਹਾਣੀਆਂ ਲਈ ਤੰਤਰ ਕਥਾ ਸ਼ਬਦ ਵੀ ਵਰਤਿਆ ਜਾਂਦਾ ਹੈ। ਪ੍ਰਾਚੀਨ ਗ੍ਰੰਥ ਵਿੱਚ ਪੰਜ ਤੰਤਰ ਅਤੇ ਹਿਤੋਪਦੇਸ਼ ਵਿੱਚ ਅਨੇਕ ਪ੍ਰਕਾਰ ਦੀ ਨੀਤੀ ਕਥਾਵਾਂ ਸ਼ਾਮਲ ਹਨ। ਕਥਾ ਸਾਗਰ, ਸਾਹਿਤ ਸਾਗਰ ਨਾਂ ਦੇ ਗ੍ਰੰਥ ਵਿੱਚ ਇਸ ਪ੍ਰਕਾਰ ਦੀਆਂ ਕਥਾਵਾਂ ਦੇ ਨਮੂਨੇ ਤਲਾਸ਼ੇ ਜਾ ਸਕਦੇ ਹਨ। ਨੀਤੀ ਕਥਾਵਾਂ ਦਾ ਸੰਬੰਧ ਨੀਤੀ ਵਿਦਿਆ ਨਾਲ ਹੈ। ਨੀਤੀ ਤੋਂ ਭਾਵ ਕੁਝ ਵਿਸ਼ੇਸ਼ ਨੁਕਤੇ, ਚਾਲਾਂ, ਜੁਗਤਾਂ ਦਾ ਗਿਆਨ,
ਇਹ ਉਸ ਕਿਸਮ ਦਾ ਗਿਆਨ ਹੈ ਜੋ ਵਿਵਹਾਰਿਕ ਸੰਕਟ, ਸਮੱਸਿਆ, ਕਠਿਨਾਈ ਮੌਕੇ ਮਦਦਗਾਰ ਸਾਬਤ ਹੁੰਦਾ ਹੈ। ਇੰਝ ਇਹ ਕਥਾਵਾਂ ਜਿਨ੍ਹਾਂ ਜਰੀਏ ਪਾਠਕਾਂ ਸਰੋਤਿਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਈਆਂ, ਮੁਸ਼ਕਿਲਾਂ ਪ੍ਰਤੀ ਕੁਝ ਚਾਲਾਂ, ਜੁਗਤਾਂ, ਨਿਯਮਾਂ ਆਦਿ ਸਮਝਾਉਣ ਦਾ ਸੁਨੇਹਾ ਦਿੱਤਾ ਜਾਵੇ, ਨੀਤੀ ਕਥਾਵਾਂ ਅਖਵਾਉਂਦੀਆਂ ਹਨ। ਯਾਨੀ ਮੁਸ਼ਕਿਲ ਦੇ ਸਮੇਂ, ਕਠਿਨਾਈ ਦੇ ਸਮੇਂ ਜੋ ਨਿਯਮ ਬਣਾਏ ਜਾਂਦੇ ਆ ਜਾਂ ਜੋ ਕਿੱਚਾ ਦਿਮਾਗ ਵਰਤਿਆ ਜਾਂਦਾ ਉਹ ਨੀਤੀ ਕਥਾਵਾਂ ਕਹਾਉਂਦੀਆਂ ਹਨ। ਨੀਤੀ ਸ਼ਾਸਤਰ ਵਿੱਚ ਸਮਾਜ ਅਤੇ ਰਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਨਿਯਮ ਦਰਜ ਹਨ। ਨੀਤੀ ਕਥਾ ਇੱਕ ਪ੍ਰਕਾਰ ਦੀ ਉਪਦੇਸ਼ਨੁਮਾ ਕਥਾ ਹੁੰਦੀ ਹੈ। ਉਪਦੇਸ਼ ਯਾਨੀ ਸਿੱਖਿਆ ਮਿਲਦੀ ਹੈ, ਉਪਦੇਸ਼ ਦਿੱਤਾ ਜਾਂਦਾ ਹੈ, ਜਿਸ ਵਿੱਚ ਉਪਦੇਸ਼ ਸਿੱਧਾ ਨਹੀਂ ਸਗੋਂ ਟੇਢੇ ਢੰਗ ਨਾਲ ਦਿੱਤਾ ਜਾਂਦਾ ਹੈ। ਸਾਹਮਣੇ ਦੇ ਤੌਰ 'ਤੇ ਨਹੀਂ ਦਿੱਤਾ ਜਾਂਦਾ ਵੀ ਡਾਇਰੈਕਟ, ਜਿਵੇਂ ਆਪਾਂ ਨੂੰ ਸਟੋਰੀ ਦੀ ਮੋਰਲ ਮਿਲ ਜਾਂਦਾ ਹੈ ਜਾਂ ਸਿੱਟਾ ਮਿਲ ਜਾਂਦਾ, ਉਸ ਤਰ੍ਹਾਂ ਨਹੀਂ, ਕੋਈ ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਹੈ। ਇਸ ਲਈ ਉਤਸੁਕਤਾ ਵੀ ਬਣੀ ਰਹਿੰਦੀ ਹੈ, ਕਹਾਣੀ ਨੂੰ ਸੁਣਨ ਦੀ ਉਤਸੁਕਤਾ ਵੀ ਬਣੀ ਰਹਿੰਦੀ ਹੈ। ਕਹਾਣੀ ਰਸ ਅਤੇ ਮਨੋਰੰਜਨ ਦੇ ਲੱਛਣ ਕਥਾ ਨੂੰ ਹੋਰ ਨਿਖਾਰਦੇ ਹਨ। ਇਸ ਕਥਾ ਵਿੱਚ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਨੂੰ ਨੈਤਿਕ ਸਿੱਖਿਆ ਰਾਹੀਂ ਹੱਲ ਕਰਨ ਦੇ ਢੰਗ ਜਾਂ ਤਰੀਕੇ ਦੱਸੇ ਜਾਂਦੇ ਹਨ। ਇਸ ਕਥਾ ਵਿੱਚ ਕੀ ਹੁੰਦਾ ਹੈ, ਇਸ ਨੀਤੀ ਕਥਾਵਾਂ ਨਾਲ ਮਨੁੱਖੀ ਜੀਵਨ 'ਚ ਜੋ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਨੈਤਿਕ ਸਿੱਖਿਆ ਰਾਹੀਂ ਹੱਲ ਕਰਨ ਦਾ ਦੱਸਿਆ ਜਾਂਦਾ ਹੈ, ਢੰਗ ਦੱਸੇ ਜਾਂਦੇ, ਤਰੀਕੇ ਦੱਸੇ ਜਾਂਦੇ ਹੈ। ਨੀਤੀ ਕਥਾਵਾਂ ਦੇ ਪਾਤਰ ਕੌਣ ਕੌਣ ਹੁੰਦੇ ਹੈ? ਮਨੁੱਖ, ਪਸ਼ੂ, ਪੰਛੀ, ਜਾਨਵਰ, ਬੇਜਾਨ ਵਸਤਾਂ ਆਦਿ ਹੁੰਦੇ ਹਨ। ਇਹ ਸਾਰੇ ਪਾਤਰ ਮਨੁੱਖਾਂ ਵਾਂਗ ਹਰਕਤਾਂ ਕਰਦੇ, ਬੋਲਦੇ, ਸੁਣਦੇ ਪ੍ਰਤੀਤ ਹੁੰਦੇ ਹਨ। ਯਾਨੀ ਹੁੰਦੇ ਤਾਂ ਕਾਲਪਨਿਕ ਹੈ ਪਰ ਐਵੇਂ ਲੱਗਦਾ ਵੀ ਸਹੀ ਗੱਲ ਹੈ। ਇਹ ਲੜਦੇ ਝਗੜਦੇ, ਦੋਸਤੀਆਂ ਦੁਸ਼ਮਣੀਆਂ ਪਾਲਦੇ ਨਜ਼ਰ ਆਉਂਦੇ ਹਨ। ਇਹਨਾਂ ਕਥਾਵਾਂ ਬਾਰੇ ਇਹ ਕਿਆਸ ਕੀਤਾ ਜਾਂਦਾ ਹੈ ਕਿ ਪੁਰਾਤਨ ਸਮੇਂ ਰਾਜੇ ਮਹਾਰਾਜਿਆਂ ਦੇ ਰਾਜਕੁਮਾਰਾਂ ਨੂੰ, ਰਾਜ ਘਰਾਣਿਆਂ ਨੂੰ ਚਲਾਉਣ ਦੇ ਢੰਗ ਤਰੀਕੇ ਦੱਸਣ ਲਈ ਇਸ ਪ੍ਰਕਾਰ ਦੀ ਕਥਾਵਾਂ ਘੜੀਆਂ ਜਾਂਦੀਆਂ ਸਨ। ਯਾਨੀ ਪਹਿਲਾਂ ਦੇ ਟਾਈਮ ਵਿੱਚ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਦੇ ਰਾਜਕੁਮਾਰਾਂ ਨੂੰ, ਰਾਜ ਘਰਾਣਿਆਂ ਨੂੰ ਚਲਾਉਣ ਦੇ ਢੰਗ ਦੱਸਣ ਵਾਸਤੇ ਕਥਾਵਾਂ, ਕਹਾਣੀਆਂ ਦੱਸੀਆਂ ਜਾਂਦੀਆਂ ਸੀ। ਇਹਨਾਂ ਕਥਾਵਾਂ ਵਿੱਚ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਜ਼ਿੰਦਗੀ ਦੇ ਵਿਭਿੰਨ ਸੂਤਰ ਸਮਝਾਏ ਜਾਂਦੇ ਹਨ। ਅਜੋਕੇ ਸਮੇਂ ਵਿੱਚ ਚਾਣਕਿਆ ਨੀਤੀ ਬਾਰੇ ਫਿਰ ਤੋਂ ਚਰਚਾ ਦਾ ਸ਼ੁਰੂ ਹੋਣਾ ਇਸ ਦਾ ਪੱਕਾ ਪ੍ਰਮਾਣ ਹੈ ਕਿ ਕਠਿਨਾਈ ਮੌਕੇ ਅਜਿਹੀਆਂ ਨੀਤੀਆਂ ਕਿੰਨੇ ਕੰਮ ਦੀਆਂ ਹੁੰਦੀਆਂ ਹਨ। ਕਠਿਨਾਈ ਸਮੇਂ ਨੀਤੀਆਂ ਕਿੰਨੇ ਕੰਮ ਦੀਆਂ ਹੁੰਦੀਆਂ ਹਨ ਪਤਾ ਲੱਗਦਾ ਹੈ। ਇਸ ਤੋਂ ਮਨੁੱਖੀ ਸੁਭਾਅ ਬਾਰੇ ਜਾਣੂ ਕਰਾਇਆ ਜਾਂਦਾ ਹੈ। ਵੀ ਕਹਾਣੀ ਵਿੱਚ ਦੱਸਿਆ ਜਾਂਦਾ ਹੈ ਉਹ ਇਸ ਤਰ੍ਹਾਂ ਦਾ ਸੀ, ਚਲਾਕ ਸੀ ਜਾਂ ਕਮਜ਼ੋਰ ਸੀ ਜਾਂ ਢਿੱਲਾ ਢੱਲਾ ਬੰਦਾ ਸੀ, ਤਾਂ ਸਾਰਾ ਇਹਦੇ ਵਿੱਚ ਦੱਸਿਆ ਜਾਂਦਾ ਹੈ, ਕਹਾਣੀਆਂ ਰਾਹੀਂ ਦੱਸਿਆ ਜਾਂਦਾ ਹੈ। ਇਸ ਪ੍ਰਕਾਰ ਦੀ ਕਥਾਵਾਂ ਵਿੱਚ ਨੀਤੀ ਸੂਤਰ ਸਮਝਾਏ ਜਾਂਦੇ ਹਨ। ਇਹ ਸੂਤਰ ਕਥਾ ਦੇ ਅੰਤ 'ਤੇ ਸਪਸ਼ਟ ਹੁੰਦੇ ਹਨ, ਪਰ ਕਈ ਵਾਰ ਇਹ ਸੂਤਰ ਕਥਾ ਦੀ ਸ਼ੁਰੂਆਤ ਤੋਂ ਹੀ ਉਗੜਨੇ ਸ਼ੁਰੂ ਹੋ ਜਾਂਦੇ ਹਨ, ਹੌਲੀ ਹੌਲੀ ਸਪਸ਼ਟ ਰੂਪ ਧਾਰ ਲੈਂਦੇ ਹਨ। ਜਿਸ ਬਾਰੇ ਕਹਾਣੀ ਹੋ ਰਹੀ ਹੁੰਦੀ ਹੈ, ਸੁਣਾਈ ਜਾ ਰਹੀ ਹੁੰਦੀ ਹੈ, ਜਾਂ ਤਾਂ ਉਹਦੇ ਲੱਛਣ ਸ਼ੁਰੂ ਤੋਂ ਹੀ ਸਮਝਾਉਣ ਲੱਗ ਜਾਂਦੇ ਵੀ ਉਹ ਫਲਾਣਾ ਆਇਆ ਸੀ। ਜਿਵੇਂ ਹੁਣ ਅੱਗੇ ਹੰਸ ਅਤੇ ਕਾਂ ਦੀ ਗੱਲ ਆਏਗੀ। ਹੰਸ ਬਹੁਤ ਸਿਆਣਾ ਹੁੰਦਾ, ਸ਼ੁਰੂ ਤੋਂ ਹੀ ਦੱਸ ਦਿੰਦੇ ਵੀ ਹੰਸ ਸਿਆਣਾ ਸੀ, ਬਹੁਤ ਸ਼ਾਂਤ ਸੁਭਾਅ ਦਾ ਸੀ। ਕਊਆ ਸੀ ਜੋ ਦੁਸ਼ਟ ਸੀ। ਸਟਾਰਟਿੰਗ ਤੋਂ ਹੀ ਉਹਦੇ ਲੱਛਣ ਦੱਸਣ ਸ਼ੁਰੂ ਹੋ ਜਾਂਦੇ ਆ ਅਤੇ ਹੌਲੀ ਹੌਲੀ ਸਪਸ਼ਟ ਰੂਪ ਯਾਨੀ ਕਿ ਕਹਾਣੀ ਦੇ ਐਂਡ ਤੱਕ ਪਤਾ ਲੱਗ ਜਾਂਦਾ ਵੀ ਉਹਨੇ ਕੀ ਕੀਤਾ, ਉਹਨੇ ਕੀ ਕੀਤਾ, ਅਤੇ ਸਪਸ਼ਟ ਰੂਪ ਵਿੱਚ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਉਹਨੇ ਕਾਂ ਨੇ ਹੰਸ ਨੂੰ ਫਸਾਇਆ ਸੀ, ਕਿਸ ਤਰ੍ਹਾਂ ਉਹਨੂੰ ਮਰਵਾਇਆ ਸੀ। ਇਹ ਸ਼ੁਰੂ ਤੋਂ ਲਾਸਟ ਜਾ ਕੇ ਸਭ ਸਪਸ਼ਟ ਹੋ ਜਾਊਗਾ। ਇਸ ਤਰ੍ਹਾਂ ਹੌਲੀ ਹੌਲੀ ਸਪਸ਼ਟ ਰੂਪ ਧਾਰ ਲੈਂਦੇ ਹਨ। ਪੰਜਾਬੀ ਦੀਆਂ ਨੀਤੀ ਕਥਾਵਾਂ ਨੇ ਬਾਲ ਸਾਹਿਤ ਨੂੰ ਵੀ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੀਤੀ ਕਥਾਵਾਂ ਬਾਲ ਮਨ ਨੂੰ ਵਧੇਰੇ ਟੁੰਬਦੀਆਂ ਹਨ, ਯਾਨੀ ਬੱਚਿਆਂ ਦੇ ਮਨ ਨੂੰ ਵਧੇਰੇ ਟੁੰਬਦੀਆਂ, ਯਾਨੀ ਚੰਗੀਆਂ ਲੱਗਦੀਆਂ। ਇਹ ਕਥਾਵਾਂ ਮੁੱਢਲੀ ਅਵਸਥਾ ਤੋਂ ਹੀ ਜ਼ਿੰਦਗੀ ਜਿਉਣ ਦੇ ਚੱਜ ਵਿਵਹਾਰ ਸਿਖਾਉਂਦੀਆਂ ਹਨ। ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਚੰਦਰੀ ਸੰਗਤ, ਸ਼ੇਰ ਅਤੇ ਬਾਂਦਰ, ਟਾਹਲੀ ਮੇਰੇ ਬੱਚੇ, ਰਾਜੇ ਦਾ ਕਸੂਰ ਅਤੇ ਸੱਚ ਦਾ ਨਿਡਰ ਆਦਿ
ਨੀਤੀ ਕਥਾਵਾਂ ਵੰਨਗੀ ਵਿੱਚ ਚੁਣੀਆਂ ਗਈਆਂ ਹਨ। ਕਿਹੜੀ ਕਿਹੜੀ ਕਹਾਣੀਆਂ ਚੁਣੀ ਗਈਆਂ? ਚੰਦਰੀ ਸੰਗਤ, ਪਹਿਲੀ ਚੰਦਰੀ ਸੰਗਤ ਹੀ ਹੈ। ਸ਼ੇਰ ਤੇ ਬਾਂਦਰ, ਟਾਲੀ ਮੇਰੇ ਬੱਚੇ, ਰਾਜੇ ਦਾ ਕਸੂਰ ਤੇ ਸੱਚ ਦਾ ਨਿਤਾਰਾ। ਇਹ ਕਹਾਣੀਆਂ ਹੈ। ਕਿਵੇਂ ਚੰਦਰੀ ਸੰਗਤ ਤੋਂ ਬਚਿਆ ਜਾਂਦਾ ਹੈ ਦੇਖਣਾ ਹੁਣ ਆਪਾਂ। ਇਹਦੇ ਵਿੱਚ ਕਾਂ ਤੇ ਹੰਸ ਦੋ ਬਰਡ ਹੁੰਦੇ, ਪੰਛੀ ਹੁੰਦੇ ਆ ਦੋ। ਉਹਨਾਂ ਬਾਰੇ ਕਹਾਣੀ ਕਿ ਕਿਸ ਤਰ੍ਹਾਂ ਕਾਂ ਸ਼ਾਂਤ ਸੁਭਾਅ ਦਾ ਹੁੰਦਾ ਹੈ ਅਤੇ ਕਾਂ ਭੈੜੇ ਸੁਭਾਅ ਦਾ ਹੁੰਦਾ ਹੈ ਅਤੇ ਹੰਸ ਸ਼ਾਂਤ ਸੁਭਾਅ ਦਾ ਹੁੰਦਾ ਹੈ, ਦੇਖਿਆ ਜਾਣਾ। ਹੁਣ ਪੜ੍ਹਦੇ ਹਾਂ ਕਹਾਣੀ। ਤੁਸੀਂ ਵੀ ਇੰਟਰਸਟ ਨਾਲ ਪੜ੍ਹੋਗੇ। ਬੜੀ ਇੰਟਰਸਟਿੰਗ ਸਟੋਰੀ ਹੈ ਇਹ। ਧਿਆਨ ਨਾਲ ਪੜ੍ਹਨਾ ਹੈ, ਸਮਝਣਾ ਹੈ, ਫਿਰ ਕੁਐਸਚਨ ਆਨਸਰ ਆਪਣੇ ਆਪ ਕਰਨੇ ਹੈ। ਇੱਕ ਵਾਰ ਦੀ ਗੱਲ ਹੈ, ਇੱਕ ਦਰਖਤ 'ਤੇ ਕਾਂ ਅਤੇ ਹੰਸ ਰਿਹਾ ਕਰਦੇ ਸਨ। ਦੋਵਾਂ ਦੇ ਸੁਭਾਅ ਵੱਖ-ਵੱਖ ਸਨ। ਕਾਂ ਦੁਸ਼ਟ ਸੁਭਾਅ ਦਾ ਹੋਣ ਕਰਕੇ ਕਦੇ ਜ਼ਖਮੀ ਪਸ਼ੂਆਂ ਦੇ ਠੂੰਗਾ ਮਾਰਦਾ ਅਤੇ ਕਦੇ ਬੱਚਿਆਂ ਹੱਥੋਂ ਚੀਜ਼ ਖੋ ਕੇ ਉੱਡ ਜਾਂਦਾ। ਮਤਲਬ ਉਹਦਾ ਸੁਭਾਅ ਹੀ ਦੁਸ਼ਟ ਸੀ ਤਾਂ ਕੰਮ ਦੁਸ਼ਟਾਂ ਵਾਲੀ ਕਰੂਗਾ। ਚੀਜ਼ ਖੋ ਲੈਂਦਾ ਹੱਥ 'ਚੋਂ ਬੱਚਿਆਂ ਦੇ, ਅਤੇ ਕਦੇ ਜ਼ਖਮੀ ਪਸ਼ੂ ਹੁੰਦੇ ਜ਼ਖਮ 'ਤੇ ਹੀ ਮਾਰ ਦਿੰਦਾ, ਫਿਰ ਉਹਨੂੰ ਹੋਰ ਪੀੜ ਹੁੰਦੀ, ਤੰਗ ਕਰਦਾ ਸੀ ਦੂਜਿਆਂ ਨੂੰ। ਜਦੋਂ ਕਿ ਹੰਸ ਸ਼ਾਂਤ ਸੁਭਾਅ ਦਾ ਸੀ, ਉਹ ਹਮੇਸ਼ਾ ਕਾਂ ਨੂੰ ਨੇਕ ਬਣਨ ਦੀ ਸਲਾਹ ਦਿੰਦਾ ਅਤੇ ਸਮਝਾਉਂਦਾ ਕਿ ਬਈ ਕਾਵਾਂ ਇੰਝ ਨਾ ਕਰਿਆ ਕਰ। ਇੱਕ ਸੈਕਿੰਡ ਨੰਬਰ ਕੁਐਸਚਨ ਵੀ ਹੈ, ਹੰਸ ਨੇ ਕਾਂ ਨੂੰ ਕੀ ਕਿਹਾ ਬਈ ਕਾਵਾਂ ਇੰਝ ਨਾ ਕਰ, ਪਰ ਕਾਂ ਕੋਈ ਅਮਲ ਨਾ ਕਰਦਾ। ਇਕੱਠੇ ਰਹਿਣ ਕਰਕੇ ਦੋਵਾਂ ਦੀ ਦੋਸਤੀ ਸੀ, ਇਸ ਕਰਕੇ ਕਾਂ ਦੀਆਂ ਮਾੜੀਆਂ ਹਰਕਤਾਂ ਦੇ ਬਾਵਜੂਦ ਵੀ ਉਹ ਉਸਨੂੰ ਹਰ ਵਾਰ ਮਾਫ਼ ਕਰ ਦਿੰਦਾ। ਇੱਕ ਦਿਨ ਕੋਈ ਮੁਸਾਫਿਰ ਉਸ ਦਰਖਤ ਕੋਲੋਂ ਲੰਘਿਆ ਜਿਸ ਦਰਖਤ 'ਤੇ ਦੋਵੇਂ ਰਹਿੰਦੇ ਸਨ। ਜਿਸ ਪੇੜ 'ਤੇ ਦੋਨੋਂ ਰਹਿੰਦੇ ਸੀ ਨਾ, ਉੱਥੋਂ ਕੋਈ ਲੰਘਿਆ। ਗਰਮੀ ਹੋਣ ਕਰਕੇ ਮੁਸਾਫਰ ਨੇ ਪਲ ਭਰ ਆਰਾਮ ਕਰਨ ਲਈ ਦਰਖਤ ਹੇਠ ਸੌਣ ਦਾ ਮਨ ਬਣਾਇਆ। ਠੰਡੀ ਹਵਾ ਚੱਲ ਰਹੀ ਸੀ। ਉਹ ਝਾਟੀ ਡੂੰਘੀ ਨੀਂਦਰ ਸੋ ਗਿਆ, ਯਾਨੀ ਬਹੁਤ ਗੂੜੀ ਨੀਂਦ ਆ ਗਈ ਉਹਨੂੰ। ਥੋੜ੍ਹੀ ਦੇਰ ਬਾਅਦ ਰੁੱਖ ਦੀ ਪਰਛਾਈ ਬਦਲਣ ਕਾਰਨ ਮੁਸਾਫਰ ਦੇ ਮੂੰਹ 'ਤੇ ਧੁੱਪ ਪੈਣ ਲੱਗੀ। ਹੰਸ ਨੇ ਜਿਉਂ ਹੀ ਵੇਖਿਆ ਕਿ ਮੁਸਾਫਿਰ ਦੇ ਮੂੰਹ 'ਤੇ ਧੁੱਪ ਪੈ ਰਹੀ ਹੈ, ਉਸਨੇ ਮਨ 'ਚ ਸੋਚਿਆ, ਵਿਚਾਰਾ ਧੁੱਪੇ ਪਿਆ ਹੈ, ਕਿਉਂ ਨਾ ਟਹਿਣੀ ਓਲੇ ਖੰਭ ਪਸਾਰ ਕੇ ਬੈਠ ਜਾਵਾਂ ਅਤੇ ਉਹ ਧੁੱਪ ਤੋਂ ਬਚ ਜਾਏਗਾ। ਉਸਨੇ ਅਜਿਹਾ ਕੀਤਾ ਅਤੇ ਮੁਸਾਫਿਰ ਕੂਕ ਸੁੱਤਾ ਪਿਆ ਰਿਹਾ। ਮੁਸਾਫਿਰ ਲਈ ਹੰਸ ਨੇ ਕੀ ਕੀਤਾ ਸੀ, ਇਹ ਵੀ ਕੁਐਸਚਨ ਆਊਗਾ। ਉਹ ਟਾਹਣੀ ਓਲੇ ਖੰਭ ਪਸਾਰ ਕੇ ਬੈਠ ਗਿਆ ਸੀ ਤਾਂ ਜੋ ਉਹ ਧੁੱਪ ਤੋਂ ਬਚ ਜਾਏ। ਇਹ ਥਰਡ ਨੰਬਰ ਕੁਐਸਚਨ ਦਾ ਆਨਸਰ ਆਊਗਾ ਇਹ। ਕਾਂ ਹੰਸ ਦਾ ਅੱਗੇ ਲੈਸਨ ਪੜ੍ਹਾਂਗੇ। ਕਾਂ ਹੰਸ ਦਾ ਪਰਉਪਕਾਰੀ ਸੁਭਾਅ ਦੇਖ ਕੇ ਖਿਝਣ ਲੱਗਿਆ। ਉਹਨੂੰ ਲੱਗਿਆ ਵੀ ਕਿਉਂ ਇਸ ਤਰ੍ਹਾਂ ਕਰ ਰਿਹਾ। ਕਾਂ ਨੂੰ ਲੱਗਿਆ ਵੀ ਕਿਉਂ ਇੰਨਾ ਪਰਉਪਕਾਰੀ ਇਹ, ਅਤੇ ਸ਼ਰਾਰਤਾਂ ਸੋਚਣ ਲੱਗਿਆ। ਉਸਨੇ ਦੇਖਿਆ ਮੁਸਾਫਿਰ ਮੂੰਹ ਅੱਡ ਕੇ ਘੂਕ ਸੁੱਤਾ ਪਿਆ ਹੈ, ਯਾਨੀ ਮੂੰਹ ਖੋਲ੍ਹ ਕੇ ਸੁੱਤਾ ਪਿਆ ਸੀ। ਸੋ ਉਸਨੇ ਆਪਣੇ ਦੁਸ਼ਟ ਸੁਭਾਅ ਕਾਰਨ ਮੁਸਾਫਿਰ ਦੇ ਮੂੰਹ ਵਿੱਚ ਵਿੱਠ ਕਰ ਦਿੱਤੀ, ਯਾਨੀ ਪਸ਼ੂ ਪੋਟੀ ਦੇ ਰੂਪ ਵਿੱਚ ਵਿੱਠ ਕਰਦੇ ਨਾ, ਉਹ ਪੰਛੀ ਹੈ ਜੋ ਵਿੱਠ ਕਰਦੇ ਹੈ, ਉਹਨੇ ਮੂੰਹ ਦੇ ਮੂੰਹ ਵਿੱਚ ਪੋਟੀ ਕਰਤੀ, ਵਿੱਠ ਕਰਤੀ, ਅਤੇ ਉੱਡ ਕੇ ਨਾਲ ਦੇ ਦਰਖਤ 'ਤੇ ਜਾ ਬੈਠਾ। ਮੁਸਾਫਿਰ ਘਬਰਾ ਕੇ ਜਦੋਂ ਉੱਠਿਆ, ਉਸਨੇ ਮੂੰਹ ਸਾਫ਼ ਕਰਕੇ ਜਦੋਂ ਦਰਖਤ ਵੱਲ ਨਿਗਾਹ ਮਾਰੀ, ਉਸਨੇ ਦੇਖਿਆ ਕਿ ਹੰਸ ਦਰਖਤ 'ਤੇ ਬੈਠਾ ਹੈ। ਮੁਸਾਫਿਰ ਨੇ ਸਮਝਿਆ ਹੰਸ ਨੇ ਉਹਦੇ ਮੂੰਹ 'ਚ ਵਿੱਠ ਕੀਤੀ ਹੈ। ਉਸਨੇ ਗੁੱਸੇ 'ਚ ਆ ਕੇ ਝੱਟ ਹੀ ਛੁਰੀ ਨਾਲ ਹੰਸ ਨੂੰ ਫੁੰਡ ਦਿੱਤਾ, ਯਾਨੀ ਛੁਰੀ ਮਾਰਤੀ ਉਹਨੂੰ। ਹੰਸ ਤੜਫ ਕੇ ਥੱਲੇ ਡਿੱਗ ਪਿਆ। ਦੇਖੋ ਉਹਨੇ ਪਰਉਪਕਾਰ ਕੀਤਾ ਤਾਂ ਵੀ, ਪਰ ਦੁਸ਼ਟ ਕਾਂ ਦੇ ਕਾਰਨ ਉਹ ਮਾਰਿਆ ਗਿਆ। ਭੈੜੀ ਸੰਗਤ ਸੀ, ਭੈੜੀ ਸੰਗਤ ਨੇ ਉਹਨੂੰ ਮਰਾ ਦਿੱਤਾ। ਨਾ ਉਹਦਾ ਦੋਸਤ ਹੁੰਦਾ, ਨਾ ਉਹ ਮਰਦਾ। ਕਾਂ ਨਾਲ ਦੇ ਦਰਖਤ 'ਤੇ ਬੈਠਿਆ ਸਭ ਕੁਝ ਦੇਖਦਿਆਂ ਮੁਸਕਰਾਉਂਦਾ ਰਿਹਾ। ਜਦੋਂ ਮੁਸਾਫਿਰ ਨੇ ਹੰਸ ਨੂੰ ਫੜਿਆ ਤਾਂ ਉਸ ਦੀਆਂ ਅੱਖਾਂ ਵਿੱਚ ਨਿਰਦੋਸ਼ਤਾ ਝਲਕਣ ਲੱਗੀ। ਹੰਸ ਦੀਆਂ ਦੋਵੇਂ ਅੱਖਾਂ ਟਿਕ ਬੰਨੀ ਦੇਖਦੀਆਂ ਰਹੀਆਂ। ਥੋੜ੍ਹੀ ਦੇਰ ਬਾਅਦ ਉਹ ਹਮੇਸ਼ਾ ਲਈ ਬੰਦ ਹੋ ਗਿਆ। ਹੰਸ ਦੀ ਤੱਕਣੀ ਵਿੱਚ ਇੱਕ ਸੁਨੇਹਾ ਸੀ। ਕੀ ਸੁਨੇਹਾ ਸੀ? ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ। ਇਸ ਲਈ ਭੈੜੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਜੋ ਬੱਚੇ ਗੰਦੇ ਹੁੰਦੇ ਹਨ, ਭੈੜੀ ਸੰਗਤ 'ਤੇ ਹੁੰਦੇ ਹਨ, ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਾਂ ਇਹ ਸਭ ਕੁਝ ਚੁੱਪਚਾਪ ਦੇਖਦਾ ਰਿਹਾ।
अगर उनकी भैड़ी संगत ना होंदी कां नाल, उनका दोस्त ना होंदा कां, तां की हुंदा फिर वो बच्चा हुंदा ना, अज मरिया ना हुंदा। इस तरह कहानी तुहानूं समझ आ गई होनी है। बहुत ही इंटरस्टिंग स्टोरी है। 2-3 बार वीडियो देखोगे तां जो चंगी तरह समझ आ जाए। प्रश्न फस्ट का नीति कथा का सार लिखना है, सार लिखोगे तुसी अपने आप। सैकेंड नंबर ते हंस ने कां नूं की क्या सी कि तू बई कावां इंज ना करया कर। 35 नंबर पेज ते है। पहले प्रश्न चो लिखोगे, कां ने हंस नूं कहा कि क्या सी, बई कावां इंज ना करया कर। यही सैकेंड नंबर का आंसर है। की है इहदा आंसर? हंस ने कां नूं कहा कि बई कावां इंज ना करया कर। थर्ड नंबर का, मुसाफिर लई हंस ने की किया? मुसाफिर लई हंस ने, हंस है जो ये थोड़ा बना के लिख लेना अपने आप। ओह टहनी दे ओले खंभ पसार के बैठ गया, बैठ जावा ना, बैठ गया तो उसनूं धुप तो बचाया। मुसाफिर नूं हंस ने धुप तो बचाया। द्वारा तुसी अपने अपनी नोटबुक च नोट कर लो ये आंसर। मैं बोलदी हां तुसी नोट करोगे। मुसाफिर ने, मुसाफिर लई हंस, मुसाफिर लई हंस अपने टहनी दे ओले अपने खंभ पसार के बैठ गया ते उसनूं धुप तो बचाया। मुसाफिर लई हंस टहनी दे ओले खंभ पसार के बैठ गया ते उसने हंस नूं बचाया। अगला क्वेश्चन है, कां दी किस शरारत नाल, किस शरारत कारण उन्होंने मुसीबत पई सी? कां दी किस शरारत कारण हंस नूं मुसीबत झलनी पई? ये बुक पेज ऐसे ते ही है 36 ते। थर्ड पैरे च आपां देखांगे। थर्ड पैरे च ये देखो, ये 4th नंबर का आंसर है। केड़ी किता सी उन्हें कि उसने यानी कां ने अपने दुष्ट सुभाव कारण, कां ने अपने दुष्ट सुभाव के कारण मुसाफिर दे मूँह विच विठ कर दिती ते उड़ के नाल दे दरख्त ते जा बैठा। इसलिए हंस नूं मुसीबत झलनी पई। कां ने अपने दुष्ट सुभाव कारण मुसाफिर दे मूँह विच विठ कर दिती ते उड़ के नाल दे दरख्त ते जा बैठा। जिस कारण, अगों लिखना है, जिस कारण हंस नूं मुसीबत झलनी पई। अगला 5th नंबर क्वेश्चन है, कि हंस निर्दोष सी? हाँ तां किवें? कि हंस निर्दोष सी? तुसीं कहानी पढ़ी है, तुहानूं पता लग्या ही होना है। हाँ हंस निर्दोष सी। अगर हाँ तां किवें? किवें सी? क्योंकि उसने तां मुसाफिर नूं छां दिती। पर कां दी गलती के कारण वो, कां दी दुष्टता के कारण वो मारिया गया। कि हंस निर्दोष सी? हाँ हंस निर्दोष सी। उत्तर लिखोगे, हाँ हंस निर्दोष सी। किवें? उसने तां मुसाफिर नूं धुप तो बचाया, पर वो कां दी दुष्टता के कारण मारिया गया। समझा गई क्या? 6th नंबर क्वेश्चन है, इस नीति कथा विच की सुनिया दिता गया है? की सुनिया दिता गया? इस नीति कथा विच भैड़ी संगत तो बचन का सुनिया दिता गया है। इस नीति कथा विच, उत्तर लिखोगे, इस नीति कथा विच भैड़ी संगत तो बचन का सुनिया दिता गया है।
समझ आ गई सबनों। ये क्वेश्चन आंसर तुसीं अपनी नोटबुक च करने हैं, लैसन नूं चंगी तरह पढ़ना है तो सार अपने आप लिखोगे और अपना वर्क साफ सुंदर करोगे, कंप्लीट करोगे। पहले वाले लैसन तुसीं कर लिया होने हो, ना इसनूं भी कर लेना है। थैंक यू स्टूडेंट्स।